ਡਾਕਟਰ ਸਾਹਿਬ ਕੀ ਬਿਆਨ ਹੈ ਕੀ ਹੁਕਮ ਹੋਇਆ ਕਿਵੇਂ ਹੋਇਆ? मैं 22 तरीक को मेरा क्लिनिक बैठा था जी ठीक है मेरे घर माई काम करती सही बीबी उन्हें ਉਹਦੇ ਬੱਚੇ ਨੇ ਕਿਸੇ ਬੱਚੀ ਨੂੰ ਘਰੋਂ ਕੱਢ ਲਿਆ ਜਾਂ ਮਿਲ ਜੁਲ ਕੇ ਚਲੇ ਗਏ ਉਹਨਾਂ ਨੇ FIR ਕਰਾਤੀ ਸਹੀ ਬੀਬੀ ਦਾ ਮਿਲਾ ਸੀ जी ठीक हो गया ਤੇ मैं बैठा कोई मुकदमा नंबर याद है? ਸਾਡੇ ਕੋਲ FIR ਦੀ ਕਾਪੀ ਵੀ ਹੈ दिखाओ जरा ਮੈਲ ਸੀ FCPS ਹੋਰ ਕੋਈ ਨਹੀਂ ਤੇ ਮਰੀਜ਼ਾਂ ਦਾ ਕਾਫੀ ਰਸ਼ ਲੱਗਾ ਸੀ ਮੇਰੇ ਮੁਲਾਜ਼ਮ ਨੇ ਮੈਨੂੰ ਕਿਹਾ ਕਿ ਉਹ ਸਈਦ ਬੀਬੀ ਦਾ ਭਾਈ ਆਇਆ ਹੈ हाँ जी ਮੈਂ ਕਿਹਾ ਯਾਰ ਮੇਰਾ ਘਰ ਤੇ ਕਲੀਨਿਕ ਅਟੈਚ ਹੀ ਹੈ ਮੈਂ ਕਿਹਾ ਯਾਰ ਉਹ ਘਰ ਭੇਜ ਦੇ ਕਿਉਂਕਿ ਆਉਂਦੇ ਜਾਂਦੇ ਰਹਿੰਦੇ ਨੇ ਤੇ ਜਦੋਂ ਘਰ ਗਿਆ ਤੇ ਉਹ ਸਈਦ ਬੀਬੀ ਨੇ ਦੇਖਿਆ ਉਹ ਤੇ ਪੁਲਿਸ ਵਾਲਾ ਸੀ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਾ ਨੇ ਦੂਸਰੀ ਸਾਈਡ ਦੇ ਘਰ ਦੇ ਦਰਵਾਜ਼ੇ ਤੇ ਆ ਕੇ ਬਾਹਰੋਂ ਕੁੰਡੀ ਲਾ ਲਈ जी ਤੇ ਇਸ ਤਰ੍ਹਾਂ ਮਤਲਬ ਕਾਫੀ ਬਦਮਜ਼ਗੀ ਹੋਈ ਤੇ ਘਰ ਦੇ ਵਿੱਚ ਘੁਸ ਗਏ ਤੇ ਉਹਨਾਂ ਨੂੰ ਮਾਈ ਨੂੰ ਗ੍ਰਿਫਤਾਰ ਕਰ ਲਿਆ इस तो इलावा और कोई ਹੋਰ ਸੀ ਕਿ ਉਹਨਾਂ ਦੇ ਨਾਲ ਕੋਈ ਲੇਡੀ ਕਾਂਸਟੇਬਲ ਨਹੀਂ ਸੀ ठीक हो गया उस माई तो इलावा तो नहीं कोई चीज़ उत्थे कीती उन्होंने कोई ਤੁਹਾਡੇ ਘਰ ਦੀ ਤਲਾਸ਼ੀ ਲਈ ਹੋਵੇ नहीं ਕੋਈ ਸਮਾਨ ਚੱਕਿਆ नहीं ਹੋਵੇ, बिल्कुल ਕੋਈ ਪੈਸਾ ਚੱਕਿਆ नहीं ਹੋਵੇ ਕਿਸੇ बिल्कुल। ਹੋਰ ਬੰਦੇ ਨਾਲ ਕੋਈ ਬਦਤਮੀਜ਼ੀ ਕੀਤੀ ਹੋਵੇ ਬਸ ਉਹ ਜਿਹੜਾ ਇੱਕ ਕਾਂਸਟੇਬਲ ਸੀ ਨਾ ਉਹ ਬਾਰ-ਬਾਰ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ ਸੀ ਉਹਦਾ ਕੀ ਨਾਮ ਸੀਗਾ ਕਨਸਟੇਬਲ ਦੇ ਨਾਮ ਦਾ ਕੋਈ ਪਤਾ ਸੁਹੇਲ ਉਹ- ਰਾਓ ਸੁਹੇਲ ਉਹ ਡਰਾਈਵਰ ਹੈਗਾ ਉਹ ਤਾਂ ਮੇਰਾ ਖਿਆਲ ਪਤਾ ਨਹੀਂ ਪਰ ਉਹ ਬਾਰ-ਬਾਰ ਮੈਨੂੰ ਕਹਿੰਦਾ ਕਿ ਇਹ ਸਦਰ ਮਹਿਲ ਸੀ ਗਿਆ ਹੈ ਇਸ ਮਾਈ ਤੇ ਪਰਚਾ ਸੀਗਾ ਜਾਂ ਤੇ ਮੁੰਡੇ ਤੇ ਪਰਚਾ ਇਸ ਮਾਈ ਤੇ ਵੀ ਪਰਚਾ ਸੀ ਉਹ ਬਾਹਰ ਉਹ ਪੇਸ਼ ਹੋ ਕੇ ਤੇ ਪਰਚਾ ਖਾਰਜ ਹੋ ਗਿਆ ਦੋਨੇ ਹੀ ਪੇਸ਼ ਹੋ ਗਏ ਨੇ ਸਰ ਪਰਚਾ ਉਸ ਤੋਂ ਪਹਿਲੇ ਖਾਰਜ ਹੋ ਗਿਆ ਸੀਗਾ ਸਈਦ ਮਾਈ ਫੜਨ ਤੋਂ ਜਾਂ ਫੜਨ ਤੋਂ ਬਾਅਦ ਖਾਰਜ ਹੋਇਆ ਬਾਅਦ ਸਾਨੂੰ ਸਈਦ ਇਹ ਮਾਈ ਅੱਜ ਹੀ ਹੈ? ਸਈਦ ਮਾਈ ਦੇ ਫੜਨ ਨਾਲ ਸਾਨੂੰ ਕੋਈ ਮਸਲਾ ਨਹੀਂ ਮੁਲਜ਼ਮ ਹੈ ਫੜੋ ਤੁਸੀਂ ਇਹ ਬਸ ਕਹਿੰਦੇ ਉਹਨਾਂ ਦਾ ਤਰੀਕਾਕਾਰ ਗਲਤ ਹੈ। ਗਲਤ ਸੀ ਹਾਂਜੀ ਬਦਤਮੀਜ਼ੀ ਕੀਤੀ ਨਾ ਬੜਾ ਨਾ ਮੇਰੇ ਸਾਰੇ ਨੇ ਮਰੀਜ਼ ਬੈਠੇ ਸੀ 50-60 ਮਰੀਜ਼ ਬੈਠੇ ਸੀ ਉਹਨਾਂ ਦੇ ਸਾਹਮਣੇ ਇੱਕ ਮੈਨੂੰ ਕਹਿੰਦਾ ਕਾਂਸਟੇਬਲ ਕਿ ਤੂੰ ਮੁਲਜ਼ਮਾਂ ਨੂੰ ਪਨਾਹ ਦਿੱਤੀ ਹੋਈ ਹੈ ਤੁਸੀਂ ਉਹ ਵੀਡੀਓ ਦੇਖੋਗੇ ਨਾ ਹਾਲਾਂਕਿ ਮੈਂ ਅਗਰ ਆਇਆ ਤਾਂ ਮੈਨੂੰ ਵਿਖਾ ਦਿਓ ਹਾਂਜੀ ਵੀਡੀਓ ਸਾਰੀ ਹੈ ਟੋਟਲ ਵੀਡੀਓ ਹੈ ਨੇ ਤੇ ਮੁਲਜ਼ਮਾਂ ਨੂੰ ਪਨਾਹ ਦਿੱਤੀ ਹੋਈ ਹੈ ਮੈਂ ਕਿ ਯਾਰ ਤੂੰ ਇੱਕ ਦਫਾ ਵੀ ਕਿਸੇ ਪੁਲਿਸ ਵਾਲੇ ਨੇ ਮੈਨੂੰ ਕਿਹਾ ਕਿ ਮੁਲਜ਼ਮਾਂ ਮੇਰੇ ਹਵਾਲੇ ਕਰੋ ਤੇ ਮੈਂ ਨਾ ਕੀਤੀ ਹੋਵੇ ਤੇ ਫਿਰ ਕੋਈ ਗੱਲ ਤੁਸੀਂ ਦੱਸੋ ਮੈਂ ਤੇ ਮਰੀਜ਼ ਚੈੱਕ ਕਰ ਰਿਹਾ ਮੈਨੂੰ ਤਾਂ ਪਤਾ ਹੀ ਨਹੀਂ ਹੈ ਤੁਸੀਂ ਸਿਵਲ ਯੂਨੀਫਾਰਮ ਵਿੱਚ ਆਏ ਤੁਸੀਂ ਕਹਿੰਦੇ ਸਰ ਤੁਹਾਡਾ ਸ਼ਨਾਖਤੀ ਕਾਰਡ ਨੰਬਰ ਕੀ ਹੈ ਜੀ 31204 ਮੈਨੂੰ ਪੰਜਾਬੀ ਦੱਸੋ 31204 ਜੀ ਸਰ 239 ਤੇ ਤੁਹਾਡੇ ਕਲੀਨਿਕ ਤੇ ਆਏ ਸੀ ਜਾਂ ਘਰ ਆਏ ਸੀ ਪਹਿਲੇ ਹੋਈ ਹੈ ਸਾਡੀ ਜਗ੍ਹਾ ਇਹ ਕਲੀਨਿਕ ਦੇ ਵਿੱਚ ਦਰਵਾਜ਼ਾ ਤੇ ਘਰ ਹੈ ਕਲੀਨਿਕ ਤੇ ਬਾਹਰ ਰਿਸੈਪਸ਼ਨ ਸੀ ਨਾ ਉਹ ਵੀਡੀਓ ਤੁਹਾਨੂੰ ਦਿਖਾ ਦਿੰਦੇ ਆ ਸਾਰੀ ਰਿਸੈਪਸ਼ਨ ਤੇ ਪਹਿਲੇ ਪੁਲਿਸ ਆਈ ਹੈ ਉਹਨਾਂ ਨੇ ਕਿਹਾ ਜੀ ਅਸੀਂ ਸਈਦ ਬੀਬੀ ਦੇ ਭਾਈ ਆ ਮੈਂ ਅਸੀਂ ਉਹਨੂੰ ਮਿਲਣਾ ਹੈ ਮੁੰਡਾ ਮੇਰੇ ਕੋਲ ਆਇਆ ਮੈਂ ਕਿਹਾ ਯਾਰ ਇਹਨੂੰ ਅੰਦਰ ਭੇਜ ਦੇ ਘਰ ਭੇਜ ਦੇ ਕਿਉਂਕਿ ਉਹ ਮੇਰੇ ਘਰ ਜਿਹੜੇ ਮੇਰੇ ਮੁਲਾਜ਼ਮ ਕੰਮ ਕਰਦੇ ਨੇ ਅਸੀਂ ਕਦੀ ਪਰਦਾ ਨਹੀਂ ਕੀਤਾ ਉਹ ਚਲੇ ਜਾਂਦੇ ਨੇ ਅੰਦਰ ਮੈਂ ਕਿਹਾ ਘਰ ਭੇਜ ਦੇ ਡਰਾਇੰਗ ਰੂਮ ਬਿਠਾ ਦੇ ਉਹ ਜਦੋਂ ਗਿਆ ਅੰਦਰ ਤੇ ਉਹ ਸਈਦ ਬੀਬੀ ਨੇ ਦੇਖਿਆ ਤੇ ਉਹ ਕਹਿੰਦੀ ਇਹ ਤੇ ਮੇਰਾ ਭਾਈ ਨਹੀਂ ਹੈ ਉਹ ਡਰ ਗਈ ਉਹ ਸ਼ਾਇਦ ਉਹਨੂੰ ਪਤਾ ਹੋਏਗਾ ਕਿ ਮੇਰੇ ਤੇ ਪਰਚਾ ਹੋਇਆ ਹੈ ਉਹ ਭੱਜਣ ਲੱਗੀ ਏ ਤੇ ਉਹਨੇ ਫੜ ਲਿਆ ਇਹਨੇ ਪਰ ਕਿਉਂ ਭੱਜਣ ਲੱਗੀ ਤੁਹਾਡੀ ਮੌਜੂਦਗੀ ਚ ਉਹਨੇ ਕਿਉਂ ਨਹੀਂ ਅੰਦਰੋਂ ਘਰ ਦੇ ਵਿੱਚੋਂ ਘਰ 'ਚ ਹੀ ਹੋ ਗਿਆ ਨਾ ਬੰਦਾ ਘਰ ਦੇ ਵਿੱਚ ਮੈਂ ਖੜੋਤਾ ਵਾਂ ਮੈਂ ਹਾਂਜੀ। ਸੇਫ ਐਂਡ ਸਾਊਂਡ ਹੈਗਾ ਹਾਂਜੀ। ਕੋਈ ਕਸੂਰ ਕੋਈ ਨਹੀਂ ਹੈ ਤੇ ਮੈਂ ਕਿਉਂ ਉਹ ਭੱਜਣ ਡਰ ਗਈ ਭੱਜਣੇ ਲੱਗੀ ਸੀ ਉਹ ਸਫਾਈ ਕਰ ਸੀ ਸਫਾਈ ਦਰਵਾਜ਼ਾ ਖੋਲ ਕੇ ਥੋੜਾ ਸਟੰਗ ਗਈ ਅੱਛਾ ਪਿੱਛੋਂ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਾਂਜੀ ਉਹ ਵੀ ਯਾਨੀ ਕਿ ਬੇਹੁਮਕੇ ਤਰੀਕੇ ਨਾਲ ਸਨਮਾਨਿਤ ਸਈਦ ਮਾਈ ਇਸ ਤੋਂ ਇਲਾਵਾ ਤਾਂ ਕੋਈ ਹੋਰ ਉਹਨਾਂ ਦੇ ਕੋਲ ਵਾਰੰਟ ਵੀ ਕੋਈ ਨਹੀਂ ਸੀ ਗ੍ਰਿਫਤਾਰੀ ਦੇ ਲੇਡੀਜ਼ ਕਾਂਸਟੇਬਲ ਵੀ ਨਹੀਂ ਸੀ ਵਾਰੰਟ ਵੀ ਨਹੀਂ ਸੀ ਤੇ ਉਹਨਾਂ ਨੇ ਸਰ ਤੁਸੀਂ ਸਬ ਇੰਸਪੈਕਟਰ ਹੋ ਤੁਹਾਡਾ ਇੱਕ ਮਕਾਮ ਹੈ ਨਾ ਮੈਂ ਮੇਰੇ ਇਸ ਟਾਈਮ 19 ਗ੍ਰੇਡ ਇੱਕ ਪ੍ਰੋਮੋਸ਼ਨ ਮੈਂ ENT ਸਪੈਸ਼ਲਿਸਟ ਹਾਂ ਸਰ ਐਟਲੀਸਟ ਮੈਨੂੰ ਕਹਿ ਦਿੰਦੇ ਕਿ ਤੁਹਾਡੇ ਘਰ ਮੁਲਾਜ਼ਮ ਹੈ ਸਾਡੇ ਹਵਾਲੇ ਕਰੋ ਜ਼ਾਬਤਾ ਸਾਨੂੰ ਕਹਿੰਦਾ 154 ਵਾਰ ਦੀ ਵੀਡੀਓ ਹੈ FIR ਲਾਂਚ ਹੋ ਜਾਏ ਉਸ ਤੋਂ ਬਾਅਦ ਵਾਰੰਟ ਦੀ ਲੋੜ ਨਹੀਂ ਪੈਂਦੀ ਲੇਡੀ ਕਾਂਸਟੇਬਲ ਦੀ ਵੀ ਲੋੜ ਲੇਡੀ ਨਹੀਂ ਪੈਂਦੀ। ਕਾਂਸਟੇਬਲ ਸਬ ਇੰਸਪੈਕਟਰ ਲੇਡੀ ਕਾਂਸਟੇਬਲ ਤੋਂ ਬਗੈਰ ਅਗਰ FIR ਹੋਵੇ ਬੰਦੇ ਦੀ ਮੌਜੂਦਗੀ ਉੱਥੇ ਸਾਬਤ ਹੋ ਜੇ ਕਿਸੇ ਵੀ ਘਰ ਜਾ ਸਕਦਾ ਹੈ। ਕਿਸੇ ਵੀ ਜਗ੍ਹਾ ਤੇ ਪਾਕਿਸਤਾਨ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਜਾ ਸਕਦਾ 154 ਜਵਾਬ ਫਿਰ ਜਦੋਂ FIR ਹੋ ਜੇ ਅੱਛਾ ਅਗਰ ਨਹੀਂ ਜਾ ਸਕਦਾ ਤੇ ਉਹ 155 ਹੁੰਦੀ ਉਹਦੇ ਲਈ ਅਦਾਲਤ ਨੂੰ ਰਜੂ ਕਰਨਾ ਪੈਂਦਾ ਹੁੰਦਾ ਫਿਰ ਵਾਰੰਟ ਲੈਣਾ ਪੈਂਦਾ ਹੁੰਦਾ ਯਾਨੀ ਸਾਡੇ ਜਿਹੜੇ 2 ਪੁਆਇੰਟ ਨੇ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ ਸਰ ਮੈਂ ਅਰਜ਼ ਕਰਦਾ ਤੁਹਾਨੂੰ ਆਪਾਂ ਅੰਦਰ ਪੁੱਛਦੇ ਹਾਂ ਨਾ ਹਾਂਜੀ। ਵੱਡੇ ਸਾਹਿਬ ਤੋਂ ਵੀ ਹਮ।
ਵੀ ਇਹਨੇ ਕੀ ਕੀਤਾ FIR 'ਚ ਅਗਰ ਨਾਂ ਨਹੀਂ ਹੈਗਾ ਤਾਂ ਫਿਰ ਉਹ ਕੀ ਲੈਣ ਗਿਆ ਨਹੀਂ ਉਹ ਬੀਬੀ ਦਾ FIR 'ਚ ਨਾਂ ਹੈ। ਇਸ ਚੀਜ਼ ਨੂੰ ਤੁਸੀਂ ਐਡਮਿਟ ਕਰ ਰਹੇ ਹੋ ਨਾ ਖੁਦ ਹਾਂਜੀ FIR ਨਹੀਂ ਦਿੱਤੀ FIR 'ਚ ਤਾਂ ਨਾਂ ਹੈ। ਅਸੀਂ ਕਦੋਂ ਕਿਹਾ ਕਿ ਨਹੀਂ ਹੈ। ਅਸੀਂ ਤੁਹਾਨੂੰ ਉਨੀ ਗੱਲ ਕਰਾਂਗੇ ਜਿੰਨੀ 100% ਦਰੁਸਤ ਹੋਏ। ਇਹਦਾ ਪਰਚਾ ਇਹਨਾਂ ਪਰਚਿਆਂ ਤੇ ਅੱਜ ਦਾ ਪਰਚਾ ਹੋ ਜਾਂਦਾ ਅਸਾਮ ਦੇ ਨਹੀਂ ਮਾਂ ਸੁਭੋ ਇਹ ਸਰ ਲਫ਼ਜ਼ ਤੁਸੀਂ ਲਿਖਿਆ ਹੈ ਕਿ ਪਾਸ ਕੋਈ ਰੈੱਡ ਵਾਰੰਟ ਰੈੱਡ ਆਰਡਰ ਰੈੱਡ ਆਰਡਰ ਵਾਰੰਟ ਨਹੀਂ ਸੀ। ਨਹੀਂ ਜਿਹੜਾ ਜ਼ਾਬਤਾ ਨਾ ਸਰ ਜਦੋਂ 154 ਦੀ FIR ਹੋ ਜਾਏ ਨਾ ਜਿਹਨੂੰ ਸਾਨੂੰ ਇਖਤਿਆਰ ਦੇ ਦਿੰਦੇ ਕਿਸੇ ਦੀ ਵੀ ਗੱਲ ਜਿਹੜੇ FIR ਦੇ ਵਿੱਚ ਮੁਲਜ਼ਮ ਹੈਗਾ ਵਾ ਬੰਦੇ ਦਾ ਨਾਂ ਹੈਗਾ ਵਾ 154 ਦੇ ਤਹਿਤ ਇਹਦੇ ਵਿੱਚ ਅਗਰ ਉਸ ਸਾਦੀਆ ਬੀਬੀ ਦਾ ਨਾਂ ਤੇ ਜਿੱਥੇ ਵੀ ਹੈਗੀ ਅਸੀਂ ਉਹਨੂੰ ਫੜਨ ਦਾ ਇਖਤਿਆਰ ਰੱਖਦੇ भले कोई भी इदारा हो। हाँ जी वो आप SP इन्वेस्टिगेशन के घर भी मुलाजमा काम करती हो आप पकड़ सकते हैं। बिल्कुल पकड़ सकते हैं पुलिस इख्तियार है अगर ज़ाब्ता फौजदारी है कानून है जज है अगर नहीं है तो फिर तो अगर किसी का असं घर नजायज़ वड़ते हैं तो फिर उस साड़ी बनती है नैगलीजेंस। ਜੇ ਤੱਕ ਕਾਨੂੰਨ ਕਹਿੰਦਾ ਕਿ ਕਿਸੇ ਵੀ ਇਦਾਰੇ ਤੇ ਤੁਸੀਂ ਜਾ ਕੇ ਰੇਡ ਕਰਦੇ ਹੋ ਨਾ ਪਰਮਿਸ਼ਨ ਅਦਾਲਤ ਤੋਂ ਲੈਣੀ ਪੈਂਦੀ 155 ਸੀ 155 ਜ਼ਾਬਤਾ ਫੌਜਦਾਰੀ ਦੇ ਤਹਿਤ ਜਦੋਂ ਕੋਈ ਅਦਾਲਤ ਨੂੰ ਸਾਨੂੰ ਪਤਾ ਹੋਵੇ ਕਿ ਅਸੀਂ ਉਹਦੀ ਤਫਤੀਸ਼ ਨਹੀਂ ਸਕਦੇ ਸਾਨੂੰ ਇਖਤਿਆਰ ਨਹੀਂ ਹੈਗਾ ਉਹਦੇ ਵਿੱਚ ਜਾ ਕੇ ਅਸੀਂ ਵਾਰੰਟ ਲੈਣਾ 154 ਜ਼ਾਬਤਾ ਫੌਜਦਾਰੀ ਦੀ ਜਦੋਂ FIR ਲਾਂਚ ਹੋ ਗਈ ਹੈ ਉਹ ਕਾਨੂੰਨ ਹੈ ਉਹ ਜ਼ਾਬਤਾ ਹੈਗਾ ਉਹਦੇ ਵਿੱਚ ਇਖਤਿਆਰਾਤ ਹੈ ਗ੍ਰਿਫਤਾਰੀ ਦੇ ਫਿਰ ਕਿਸੇ ਦੀ ਵੀ ਘਰ ਚਲੇ ਜਾਣਾ ਕੋਈ ਸਰ ਮੈਂ ਨਾ ਅਫਸਰ ਸਾਡੇ ਜਾਣ ਕੱਢਦੇ ਸਾਡੀ DPO 496 ਦੇ ਖਾਸ ਕਰ 365 ਦੇ ਸਪੈਸ਼ਲ ਸੈੱਲ ਬਣੇ ਆ ਪ੍ਰਾਈਮ ਮਿਨਿਸਟਰ ਵੱਲੋਂ CM ਸਪੈਸ਼ਲ ਸਿਸਟਮ ਹੈ ਸਾਡੇ ਇੱਥੇ ਪੁਲਿਸ ਥਾਣਾ ਲੈਦਾ ਹੈਗਾ ਵਿਮਨ ਵਿਰਚੁਅਲ ਵਿਮਨ ਪੁਲਿਸ ਸਟੇਸ਼ਨ ਉਹ 24 ਘੰਟੇ ਤੋਂ ਉੱਤੇ ਉਹਦੀ ਕਾਲ ਨਹੀਂ ਜਾਣ ਦਿੰਦੇ ਹਾਇਰ ਅਥਾਰਟੀਆਂ ਜਿਹੜੀਆਂ ਮਗਵੀਆ ਬਰਾਮਦ ਹੋਣੀ ਚਾਹੀਦੀ ਹੈ ਔਰਤ ਬਰਾਮਦ ਹੋਣੀ ਚਾਹੀਦੀ ਹੈ ਭਾਵੇਂ ਉਹ ਆਪਣੀ ਮਰਜ਼ੀ ਨਾਲ ਗਈ ਹੈ ਤੇ ਭਾਵੇਂ ਉਹ ਜ਼ਬਰਦਸਤੀ ਗਈ ਉਹ ਕੋਰਟ 'ਚ ਆ ਕੇ ਬਿਆਨ ਦੇਵੇ ਅਫਸਰਾਂ ਦਾ ਹੁਕਮ ਹੈ SP ਦਾ ਹੁਕਮ ਹੈ DIE ਦਾ ਹੁਕਮ ਹੈ ਰੋਜ਼ਾਨਾ ਪੁੱਟ ਅਪ ਕਰਦੇ ਹਾਂ ਅਸੀਂ ਵੀ ਸਾਰਾ 10 ਪਰਚੇ ਹੋਏ ਨੇ ਇਹਨਾਂ 'ਚ ਮਗਵੀਆ ਬਰਾਮਦ ਨਹੀਂ ਮਿਲਾਓ ਫੋਨ SHO ਦੱਸੋ ਬਈ ਕੀ ਕੀਤਾ ਜਿੱਥੇ ਜਿੱਥੇ ਵੀ ਕੋਈ ਸੋਰਸ ਉਹਨਾਂ ਨੂੰ ਲੱਭਿਆ ਪਤਾ ਲੱਗਿਆ ਹੁਣ ਸਈਦ ਮਾਈ ਡਾਕਟਰ ਸਾਹਿਬ ਦੇ ਘਰ ਕੰਮ ਕਰਦੀ ਪੁਲਿਸ ਨੂੰ ਖਾਤ ਨਹੀਂ ਆ ਰਹੀ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੋਂ ਕੋਈ ਲਿੰਕ ਮਿਲਿਆ ਤੇ ਪਤਾ ਲੱਗਿਆ ਨਾ ਜੀ ਬੀਬੀ ਇੱਥੇ ਕੰਮ ਕਰਦੀ ਉਹ ਦਈਆਂ ਨੂੰ ਪਤਾ ਹੋਏਗਾ ਨਾ ਮੈਂ ਵੀ ਸਾਰੇ ਨਾਲ ਹੀ ਮੈਨੂੰ ਕੋਈ ਮਰਦ ਆਇਆ ਤੇ ਮੈਂ ਡਾਕਟਰ ਸਾਹਿਬ ਕੋਲੇ ਜਾਣਾ ਨਾ ਡਾਕਟਰ ਸਾਹਿਬ ਮੈਨੂੰ ਵੇਖੋ ਮੈਨੂੰ ਚੈੱਕ ਕਰੋ ਮੈਨੂੰ ਮੇਰਾ ਗਲਾ ਖਰਾਬ ਹੈ ਮੇਰਾ ਨੱਕ ਖਰਾਬ ਹੈ ਮੇਰਾ ਕੰਨ ਖਰਾਬ ਹੈ ਮੈਂ ਆਪਣੇ ਆਪ ਤੇ ਨਹੀਂ ਉਹਦੀ ਮੁਰੰਮਤ ਕਰ ਯੂਜ਼ ਹੋਏ ਪਾਕਿਸਤਾਨ ਦਾ ਜਿਹੜੇ ਵੀ ਸ਼ਹਿਰੀ ਨੇ ਉਹਨਾਂ ਦੇ ਘਰ ਕੋਈ ਵੀ ਆਈਨ ਪਾਕਿਸਤਾਨ ਦਫਾ 10 ਜਿਹੜੀ ਹੈ ਉਹਦੇ ਵਿੱਚ ਹਰ ਪਾਕਿਸਤਾਨੀ ਸ਼ਹਿਰੀ ਨੂੰ ਇਖਤਿਆਰ ਹੈਗਾ ਆਪਣੇ ਆਈਨ ਆਪਣੀ ਆਪਣਾ ਤਹਫੁਜ਼ ਨਹੀਂ ਕਰ ਦਿੰਦੇ ਆਪਣੀ ਜਦੋਂ FIR ਹੋ ਗਈ ਨਹੀਂ ਸਰ ਉਹ ਗੱਲ ਤੁਹਾਡੀ ਬਜਾਏ ਆਪਾਂ ਆਪਣੀ ਫੈਮਿਲੀ ਦਾ ਕੋਈ ਤਹਫੁਜ਼ ਨਹੀਂ ਕਰ ਸਕਦੇ ਮੇਰੇ ਭਾਈ ਫੈਮਿਲੀ ਤੁਹਾਡੀ ਦਾ ਕੋਈ ਨੱਕ ਵਾਲ ਕੰਨ ਵਾਲ ਕਿਸੇ ਕ੍ਰਿਮੀਨਲ ਐਕਟੀਵਿਟੀ 'ਚ ਮੁਲਵਸ ਨਹੀਂ ਹੈਗੇ ਬਸ ਤੁਹਾਨੂੰ ਮੇਰੇ ਕੋਲ ਤੁਸੀਂ ਪਹਿਲੇ ਆਏ ਹੋ ਕਦੇ ਮੈਂ ਤੁਹਾਡੇ ਕੋਲ ਗਿਆ ਕਦੇ ਕਹਿਣਾ ਤਾਂ ਚਾਹੀਦਾ ਕਿ ਤੁਹਾਡੇ ਮੂੰਹ ਮੈਂ ਤੁਸੀਂ ਫੈਮਿਲੀ ਦੇ ਅੰਦਰ ਦਾਖਲ ਹੋ ਗਏ ਜਿੱਥੇ ਮਰਜ਼ੀ ਚਲਾ ਜਾਏ ਅੱਗੋਂ ਅਫਸਰ ਜਦੋਂ ਨਾਲ ਘੁੱਟਦੇ ਆ ਨਾ ਸਾਡੇ ਆਪਣੇ ਘਰ ਵੀ ਕੋਈ ਮੁਲਾਜ਼ਮਾ ਕੰਮ ਹੋਵੇ ਤਾਂ ਅਸੀਂ ਆਪਣੇ ਘਰ ਵੀ ਜਾ ਕਰੀਦਾ ਮੈਂ ਕਦੀ ਨਹੀਂ ਸੁਣਿਆ ਸਰ ਸੁਣੋਗੇ ਤੁਸੀਂ ਨਹੀਂ ਵਕੀਲ ਸਾਡੇ ਦਾ ਕਹਿੰਦੇ ਨੇ ਕਿ ਸਰ ਵਕੀਲ ਤਾਂ ਹਰ ਬੰਦੇ ਨੂੰ ਪੁੱਤਰ ਦਿੰਦੇ ਵੀ ਉਹ ਹੋ ਗਿਆ ਕੰਮ ਆ ਹੋ ਗਿਆ ਹਾਂ ਅਗਰ ਖਲੀਲ ਸਾਹਿਬ ਨੇ FIR ਤੋਂ ਬਗੈਰ ਤੁਹਾਡੇ ਘਰ ਰੇਡ ਕੀਤਾ ਉਹਨੇ ਗੈਰ ਕਾਨੂੰਨੀ ਕੰਮ FIR ਤੋਂ ਬਗੈਰ ਨਹੀਂ ਕੀਤਾ ਫਿਰ ਉਹਨੇ ਗੈਰ ਕਾਨੂੰਨੀ ਕੰਮ ਕੀਤਾ ਤੁਹਾਡਾ ਦੇ ਤੱਕ ਵੀ ਨਹੀਂ ਜਾ ਸਕਦਾ FIR ਹੋਈ ਸੀ ਅੱਛਾ ਤੁਹਾਨੂੰ ਇਜਾਜ਼ਤ ਇੱਕ ਮਿੰਟ ਨਹੀਂ ਇਜਾਜ਼ਤ ਕਿਤੋਂ ਨਹੀਂ ਕਲੀਅਰ ਕਰ ਦਿੱਤਾ ਨਹੀਂ ਕਿੰਨੇ ਜਣੇ ਤੁਸੀਂ ਉਹਦੀ ਦਿਨੋਂ ਆਏ ਹੋ ਮੈਡੀਸਿਨ ਆਏ ਹੋ ਅੱਜ ਛੁੱਟੀ ਹੈ ਆਫੀਸ਼ੀਅਲੀ ਅਸੀਂ ਦਫ਼ਤਰ ਆਏ ਬੈਠੇ ਹਾਂ SP ਸਾਹਿਬ ਹੁੰਦੇ ਪਏ SP ਸਾਹਿਬ ਦੇ ਪੇਸ਼ ਕਰਾਂਗਾ ਦੱਸਾਂਗੇ ਸਾਰੇ ਹਾਲਾਤ ਫਿਰ ਉੱਥੇ ਦੱਸਣਾ ਨਾ ਹੋ ਸਕਦਾ ਵੀ ਮੈਂ ਗਲਤ ਤੁਹਾਨੂੰ ਬਰੀਫ ਕਰਦਾ ਹਾਂ ਕਿਉਂਕਿ ਲਾ ਕਾਨੂੰਨ ਕਿਉਂਕਿ ਬਹੁਤ ਨਹੀਂ ਪਤਾ ਜੀ ਮੈਂ ਡਾਕਟਰ ਸਾਹਿਬ ਨੇ ਮੇਰੇ ਲਈ ਕਾਬਲੇ ਬਹੁਤ ਵੱਡਾ ਇਤਰਾਮ ਵਕੀਲ ਹੈਗਾ ਉਹਨੇ ਕਿਹਾ ਲਾ ਹੈ ਕਿ ਕਿਸੇ ਦੇ ਘਰ ਬਗੈਰ ਪਰਮਿਸ਼ਨ ਐਂਟਰ ਨਹੀਂ ਹੋ ਸਕਦੇ ਭਲੇ ਪਰਚਾ ਵੀ ਹੋਵੇ ਤੁਸੀਂ ਬਿਲਕੁਲ ਬੇਹਤਰ ਜਾਣਦੇ 154,000 ਤੱਕ ਜਦੋਂ FIR ਹੋ ਗਈ ਹੈ ਸ਼ਾਇਦ ਕੋਈ ਤੁਹਾਡਾ ਪੇਟੀ ਭਾਈ ਹੈ ਉਸ ਵਜ੍ਹਾ ਤੋਂ ਨਹੀਂ ਪੇਟੀ ਭਾਈ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਕਿ ਅਗਰ ਮੈਂ ਵੀ ਉੱਥੇ ਹੁੰਦਾ ਬਤੌਰ ਸਬ ਇੰਸਪੈਕਟਰ ਮੈਨੂੰ ਵੀ 496 ਦਾ ਪਰਚਾ ਮਿਲਦਾ ਮਗਵੀਆ ਬਰਾਮਦ ਕਰਨ ਦਾ ਤੇ ਮੈਂ ਜਿੱਥੇ ਵੀ ਮੈਨੂੰ ਪੈਂਦੀ ਸ਼ੁਭਾ ਸ਼ੱਕ ਮੈਂ ਉੱਥੇ ਰੇਡ ਕਰਨਾ ਉਹਦੇ ਲਈ ਮੈਨੂੰ ਕਿਸੇ ਮੈਜਿਸਟਰੇਟ ਦਾ ਕਿਸੇ ਜੱਜ ਦਾ ਕਿਸੇ ਦਾ ਆਰਡਰ ਲੈਣ ਦੀ ਜ਼ਰੂਰਤ ਨਹੀਂ
ਨਹੀਂ ਮੇਰੇ ਕਲੀਨਿਕ ਨੂੰ ਕਿਉਂ ਗੰਦਾ ਕੀਤਾ? ਉਹ ਮਾਈ ਦਾ ਘਰ ਆਪਣਾ ਨਾਲ ਹੈ, ਘਰੋਂ ਜਾ ਕੇ ਫੜ ਇਹ ਲੈਣਾ। ਵੀ ਸਾਰਾ ਪੈਦਲ ਆਂਦੀ, ਪੈਦਲ ਆਂਦੀ, ਪੈਦਲ ਜਾਂਦੀ। ਸਾਡੇ ਅਦਾਰੇ ਨੂੰ ਖਰਾਬ ਕੀਤਾ। ਇਹ ਚੀਜ਼ ਪੂਰੇ ਜ਼ਰੂਰ ਹੈ। ਸ਼ਹਿਰ ਦੇ ਖੋਫੇ ਹਰਾਸ ਸਾਡੀ ਲਾਇਆ ਹੋਇਆ ਬਦਨਾਮੀ ਸੀ, ਹੋਈ। ਪੁਲਿਸ ਬੈਠੇ ਹੋਏ ਸੀ, ਉਹ ਪਰੇਸ਼ਾਨ ਹੋ ਰਹੇ ਸੀ। ਸਾਰੇ ਜਿੱਦਾਂ ਜੌਬ ਸੀਗੀ ਪਹਿਲੇ ਆਉਣ ਕੇ ਤੁਹਾਨੂੰ ਕਹਿੰਦੇ ਜੀ, ਜੀ। ਤੁਹਾਡੇ ਕੋਲ ਮੁਲਾਜ਼ਮਾਂ ਕੰਮ ਕਰਦੇ, ਇਹਦਾ ਤਰੀਕਾ ਘਰ ਗਲਤ ਹੈ। ਸਾਡੇ ਹਵਾਲੇ ਕਰੋ। ਮੈਂ ਅਗਰ ਉੱਥੇ ਹੁੰਦਾ ਮੈਨੂੰ ਪਤਾ ਲੱਗਦਾ ਤਾਂ ਮੈਂ ਇਹਨੇ ਜਾ ਕੇ ਤੁਹਾਨੂੰ ਕਹਿਣਾ ਸੀਗਾ ਵੀ ਸਾਰਾ ਤੁਹਾਡੇ ਘਰ ਹੈਗੀ ਹੈ। ਅਗਰ ਫਿਰ ਤੁਸੀਂ ਉੱਥੇ ਤਾਂ ਅਮਨ ਨਾ ਕਰਦੇ ਫਿਰ ਮੈਂ ਤੁਹਾਨੂੰ ਬਰਾਬਰ ਦਾ ਮੁਲਜ਼ਮ ਕਰਦਾ ਹਾਂ। ਹਾਂਜੀ ਬਿਲਕੁਲ ਇਹ ਤਰੀਕਾ ਕਾਰ ਉਹਦਾ ਗਲਤ ਹੋ ਸਕਦਾ। ਮੈਂ ਅੱਗੇ ਇਹ ਗੱਲ ਤੁਹਾਨੂੰ ਪਹਿਲੇ ਵੀ ਕੀਤੀ ਹੈ ਵੀ ਉਹਦਾ ਤਰੀਕਾ ਕਾਰ ਗਲਤ ਹੋ ਸਕਦਾ, ਲੇਕਿਨ ਕਾਨੂੰਨ ਉਹਨੂੰ ਪੂਰਾ ਜ਼ਾਬਤਾ ਦਿੰਦਾ। ਉਹਨੇ ਧੋਖਾ ਕੀਤਾ ਨਾ। ਉਹਨੇ ਕਿਹਾ ਰਿਸੈਪਸ਼ਨ ਵਾਲੇ ਨੂੰ ਮੈਂ ਸਈਦ ਬੀਬੀ ਦਾ ਭਾਈ ਹਾਂ। ਚਲੋ ਅਸੀਂ ਕਮਾਲ ਹੋ ਗਈ ਡਾਕਟਰ ਸਾਹਿਬ, ਤੁਸੀਂ ਵੀ ਮਾਸ਼ਾਅੱਲਾ 50 ਸਾਲ ਉਮਰ ਹੋ ਗਈ ਤੁਹਾਡੀ, ਕਮੀ ਕਮੀ ਨਹੀਂ ਪੈਂਦੀ। ਨਹੀਂ ਹੈ। ਸ਼ਿਕਾਰ ਦੇ ਕੋਲ ਅਸੀਂ ਸ਼ਿਕਾਰੀ ਜਦੋਂ ਜਾਂਦਾ ਹੈ ਤੇ ਉਹਦੇ ਦੋਸਤ ਦੀ ਹਸੀਅਤ ਨਾਲ ਹੀ ਜਾਂਦਾ ਨਾ, ਉਹਨੂੰ ਲਾਲਚ ਦੇ ਕੇ ਜਾਂਦਾ। ਨਹੀਂ ਉਹ ਮੈਨੂੰ ਕਹਿੰਦੇ ਨਾ। ਸਾਰਾ ਅਸੀਂ ਉੱਥੇ ਜਾ ਕੇ ਕਹਿੰਦੇ ਵੀ ਅਸੀਂ ਇਹਨੂੰ ਫੜ ਲਾਏ ਆ, ਕੋਈ ਨਾ ਕਾਬੂ ਦੀ ਦੱਸ ਜਾਂਦੀ। ਪੁਲਿਸ ਨੇ ਤੇ ਟੈਕਟਿਕਸ ਯੂਜ਼ ਕਰਨੀ ਹੁੰਦੀ। 60-70 ਸਾਲ ਦੀ ਮਾਈ ਹੈ, ਪੈਦਲ ਆਂਦੀ ਹੈ। ਸਰ ਭਾਵੇਂ 50 ਸਾਲ ਦੀ ਹੈ ਤੇ ਭਾਵੇਂ 100 ਸਾਲ ਦੀ ਸਰ ਹੈ। ਮਾਈ ਪਕੜੀ ਗਈ ਤੇ ਕੰਮ ਕਰਿਆ ਨਾ ਅੱਗੇ ਵੀ ਬੱਚੀ ਫੇਰ ਹੋ ਗਈ ਅਦਾਲਤ ਦੇ ਵਿੱਚ। ਫਿਰ ਪੇਸ਼ ਹੋਈ ਹੈ ਨਾ, ਫਿਰ ਉਸ ਤੋਂ ਪਹਿਲੇ ਤਾਂ ਨਹੀਂ ਨਾ ਹੋਈ। ਮਕਸਦ ਇਹ ਨਹੀਂ ਹੁੰਦਾ ਸਾਡਾ ਕਿ ਬੱਚੀ ਕਿੱਧਰ ਜਾਂਦੀ, ਸਾਨੂੰ ਇਸ ਗੱਲ ਦਾ ਕੋਈ ਇੰਟਰਸਟ ਨਹੀਂ ਹੁੰਦੀ। ਸਾਡਾ ਮਕਸਦ ਹੁੰਦਾ ਬੱਚੀ ਦਾ ਵਿਆਹ ਕਰਾਉਣਾ। ਸਾਨੂੰ ਕਿਉਂ ਬੇਇੱਜ਼ਤ ਕੀਤਾ ਵਿੱਚ? ਮੈਂ ਤੁਹਾਡੇ ਸਾਡਾ ਨਹੀਂ ਸਰ, ਦੇਖਿਆ ਜਾਏ ਨਾ ਤਾਂ ਜਿਹੜੀ ਹੈ ਨਾ ਮੁਲਜ਼ਮਾਂ ਸਹੀ ਬੀਬੀ ਉਹ ਤੇ ਮੁਲਜ਼ਮਾ ਹੈ ਹੀ ਨਹੀਂ, ਇਹਦਾ ਬੇਟੇ ਨੇ ਕੀਤੀ ਨਾ ਗਵਾਹ, ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀ। ਬਾਈ ਉਹ ਵਿੱਚ ਐਫਆਈਆਰ ਵਿੱਚ ਹੋਏਗਾ ਨਾ। FIR ਚ ਇਹਦਾ ਨਾਮ ਹੈ FIR। ਸਹੀ ਮਾਈ ਜੋ ਐਫਆਈਆਰ ਦੇ ਮਤਲਬ ਐਫਆਈਆਰ ਨਾਮ ਹੋਗਾ ਤਾਂ ਬੇਗਨਾਮ ਉਹ ਤੇ ਉਹਦੀ ਭੈਣਾਂ ਦੇ ਨਾਮ ਹੀ ਹੈ ਜਿਹੜੀਆਂ ਛੋਟੀਆਂ ਨੇ 10-12 ਸਾਲ ਦੀਆਂ। ਹਾਂਜੀ ਉਹ ਇਸ ਵਾਸਤੇ ਲਿਖੇ ਜਾਂਦੇ ਡਾਕਟਰ ਸਾਹਿਬ ਤਾਂ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਬੱਚੀ ਨੂੰ ਵਾਪਸ ਕਰਾਇਆ ਜਾਵੇ। ਫਿਰ ਅੱਛਾ, ਫਿਰ ਸਾਡੇ ਕੋਲ ਲਿਜਾ ਕੇ ਫਿਰ ਛੋੜ ਵੀ ਦਿੱਤਾ ਹੈ। ਫਿਰ ਅਗਰ ਨਾਮ ਅਗਰ ਨਾਮਜ਼ਦ ਹੈ ਫਿਰ ਉਹਨੂੰ ਛੋੜਿਆ ਕਿਉਂ ਹੈ? ਹਾਂਜੀ ਤੁਹਾਡਾ ਸਵਾਲ ਠੀਕ ਹੈ। ਹਾਂਜੀ ਉਹਨੂੰ ਉਹਨਾਂ ਨੇ ਲਾਲਚ ਦਿੱਤਾ ਹੋਏਗਾ ਵੀ ਬੀਬੀ ਅਸੀਂ ਤੈਨੂੰ ਛੱਡ ਦਿੱਤੇ ਹਾਂ, ਮੈਂ ਲਿਆ ਕੇ ਪੇਸ਼ ਕਰ ਇਹ ਕਾਗਜ਼ ਉਹਨੇ ਲਿਆ ਕੇ ਪੇਸ਼ ਕਰ ਗਾਰੰਟੀ ਲਈ ਹੋਏਗੀ। ਕਿਸੇ ਨਾ ਕਿਸੇ ਬੰਦੇ ਦੀ ਅੱਛਾ ਸਰ, ਫਿਰ ਛੋੜਨ ਤੋਂ ਬਾਅਦ ਨਾ ਰਾਤ 11 ਵਜੇ ਸਾਡੇ ਕੋਲ ਕੈਮਰਾ ਰਿਕਾਰਡਿੰਗ ਹੈ। ਪੁਲਿਸ ਵਾਲੇ ਪੁਲਿਸ ਰਾਤ ਦੇ ਨੂੰ ਦੋ ਡਾਲੇ ਡਾਕਟਰ ਸਾਹਿਬ ਦੇ ਘਰ ਨੂੰ ਦਰਵਾਜ਼ਾ ਕੁੱਟ ਕੇ ਗਏ ਨੇ। ਇਹ ਤੇ ਵੈਸੇ ਡਾਕਟਰ ਸਾਹਿਬ ਨੇ ਸੁੱਤੇ ਮੈਂ ਦਰਵਾਜ਼ਾ ਖੋਲਿਆ ਨਹੀਂ ਨਹੀਂ। ਉਹ ਕਿਸ ਚੀਜ਼ ਨਾਲ ਆਏ ਨੇ? ਉਹ ਕਿਸ ਵਕਤ ਵਾਸਤੇ ਹੈ? ਉਹ ਕੌਣ ਸੀ? ਇਹੀ ਸਰ ਕਈ ਸਬ ਇੰਸਪੈਕਟਰ ਤੇ ਬਾਕੀਆਂ ਦੇ ਚਿਹਰੇ ਪਹਿਚਾਣੇ ਨਹੀਂ ਜਾ ਰਹੇ। ਉਹ ਤੁਹਾਨੂੰ ਅਸੀਂ ਵੀਡੀਓ ਦਿਖਾ 10:45 ਮਿੰਟਾਂ ਤੇ ਉਹ ਕਿਸ ਵਾਸਤੇ? ਸੋਸ਼ਲ ਮੀਡੀਆ ਤੇ ਵੀ ਮੇਰਾ ਖਿਆਲ ਜੀ ਹਾਂਜੀ ਜੀ ਹਾਂਜੀ ਬਿਲਕੁਲ ਉਹੀ ਮੈਨੂੰ ਸਾਰੇ ਕਹਿ ਰਹੇ ਨੇ ਯਾਰ ਇੰਸੀਡੈਂਟ ਕਿ ਕਿਹੜੀ ਤਰੀਕ ਦਾ? ਉਸੇ ਦਿਨ ਰਾਤ ਜਿਹੜਾ 22 ਤਰੀਕ ਨੂੰ ਤੁਹਾਡੇ ਜੀ। ਦਿਨੇ ਆਏ ਮਾਈ ਨੂੰ ਫੜ ਕੇ ਲਗਾਇਆ। ਮਾਈ ਨੂੰ ਫੜ ਕੇ ਲੈ ਗਏ ਆ, ਫਿਰ ਮਾਈ ਨੂੰ ਛੱਡ ਦਿੱਤਾ ਹੈ। ਫਿਰ ਮੇਰੇ ਕਲੀਨਿਕ ਤੇ ਰਾਤ ਨੂੰ ਆਏ, ਫਿਰ ਦਰਵਾਜ਼ਾ ਸਾਹਮਣੇ ਕੁੱਟ ਰਿਹਾ, ਨਾਲ ਹਮਸਾਇਆ ਨੂੰ ਉਠਾਇਆ ਕਿ ਡਾਕਟਰ ਨੂੰ ਬੁਲਾਓ ਬਾਹਰ। ਫਿਰ ਮੇਰਾ ਪਿਛਲਾ ਦਰਵਾਜ਼ਾ ਕੁੱਟ ਰਿਹਾ, ਉਹ ਵੀ ਸੀਸੀਟੀਵੀ, ਮੈਂ ਬਾਹਰ ਨਹੀਂ ਨਿਕਲਿਆ, ਮੈਂ ਸੁੱਤਾ ਸੀ, ਮੇਰੀ ਬੇਗਮ ਨੇ ਮੈਨੂੰ ਉਠਾਇਆ। ਮੈਂ ਕਿਹਾ ਖੜੇ ਰਹਿਣ, ਮੇਰਾ ਕੀ ਕੰਮ ਹੈ? ਇਹਦਾ ਕੀ ਤੁਕ ਬਣਦਾ ਹੈ? ਮੇਰੇ ਤੇ ਕੋਈ ਪਰਚਾ ਸੀ ਜਾਂ ਮੇਰੇ ਕੋਈ, ਇਹ ਤਾਂ ਲੱਗਦਾ ਇਹ ਕਿਸੇ ਨੇ ਨਾ ਜਿਹੜੀ ਆਇਸ਼ਾ ਬੀਬੀ ਹੈ, ਇਹ ਬੱਚੀ ਕੌਣ ਹੈ? ਅੱਛਾ ਜੀ, ਨਹੀਂ ਸਾਨੂੰ ਨਹੀਂ ਪਤਾ। ਐਸ਼ਾ ਵੀ ਕੋਈ ਮੁੰਡੇ ਨਿਕਾਲ ਦਿੱਤਾ। ਉਹ ਉਹਦੀ ਸਾਦੀਆ ਦੀ ਉਹ ਸਈਦ ਮਾਈ ਦੀ ਬੇਟੀ ਹੈ। ਨਹੀਂ ਸੀਟ ਬਾਈ ਨਹੀਂ ਬੇਟੀ। ਉਹ FIR 'ਚ ਲਿਖਿਆ ਹੋਏਗਾ। ਸਰ ਅਸੀਂ ਤੇ ਇਸ ਬੀਬੀ ਦੀ ਵਜ੍ਹਾ ਤੋਂ ਨਹੀਂ ਆਏ, ਅਸੀਂ ਤਾਂ ਆਪਣਾ ਆਪਣੇ ਮਸਲੇ ਦੀ ਵਜ੍ਹਾ ਤੋਂ ਹੈ। ਤੁਸੀਂ ਬੀਬੀ ਨੂੰ ਹੁਣ ਜਾ ਕੇ ਫੜ ਲਓ, ਸਾਨੂੰ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨਾਲ। ਤੁਸੀਂ ਮੁੰਡੇ ਨੂੰ ਫੜ ਲਓ, ਉਹਦੀ ਬੀਬੀ ਨੂੰ ਫੜ ਲਓ, ਬੇਗਮ ਨੂੰ ਫੜ ਲਓ, ਸਾਡਾ ਕੀ ਰਾਤ ਮਤਲਬ ਨੂੰ ਹੈ? 11 ਵਜੇ ਸ਼ਾਇਦ ਟੋਰਚਰ ਕਰਨ ਆਏ ਹੋ ਕਿ ਤੁਸੀਂ ਸਾਡੇ ਖਿਲਾਫ ਕਾਰਵਾਈ ਨਾ ਕਰੋ। ਸ਼ਰੀਫ ਆਦਮੀ ਡਾਕਟਰ ਸਾਹਿਬ ਦੇ ਇਦਾਂ ਦਾ ਕੋਈ ਨਹੀਂ। ਔਰ ਪੂਰੇ ਸ਼ਹਿਰ ਵਿੱਚ ਨਮੋਸ਼ੀ ਹੋਈ, ਬਹੁਤ ਜਾਣੀ ਮਾਣੀ ਹਸਤੀ ਹੈ। ਸਰ ਫੁਟੇਜ ਦਿਖਾਈ ਹੋ ਰਾਤ 11 ਵਜੇ ਸਾਰੀਆਂ ਸਾਡੇ ਕੋਲ ਸਰ ਵੀਡੀਓ ਰਿਕਾਰਡ ਨੇ, ਤੁਸੀਂ ਜਿਹੜੀ ਦੇਖਣਾ ਚਾਹੋਗੇ। मेरे घर से वो लिखा है आए जबरदस्ती दाखिल होकर समाज सईद माई जो कि मेरे घर में घर काम काज करती है को पकड़ कर ले गए, जिसके बाद उनके पास वारंट गिरफ्तारी की नाम से लेडी कांस्टेबल की साथ नाम थी। इसके अलावा कोई और जनाब वो जो रात 11 बजे आके ਤੁਸੀਂ उन्होंने ਰਾਤ ਉਹਦਾ ਇਹਦੇ ਵਿੱਚ ਜ਼ਿਕਰ ਨਹੀਂ ਕੀਤਾ ਤੁਸੀਂ। वैसे बेऔजम की था। ਜੋ ਪਟੀਸ਼ਨ ਜ਼ਿਕਰ ਹੈ ਨਾ ਮੈਂ ਤੇ जी जी साढ़े को तो वीडियो भी कह रहा हूँ, फुटेज तो भी है ना। ਤੁਸੀਂ ਦਿਨ ਨਹੀਂ ਦੇਖਦੇ ਹੋ। ਤੁਸੀਂ ਦੇਖ ਲਓ ਨਾ, ਇਹਦੀ ਲਿਖੀ ਨਹੀਂ ਐਫਆਈਆਰ ਨਹੀਂ ਹੈਗੀ। फुटेज भी ਮੈਂ सुन लो। ਰਸੂਲullah ਸਾਹਿਬ ਨੂੰ ਸੈਂਡ ਕਰਾਂ। ਦੂਸਰਾ ਸਾਨੂੰ ਗੱਲ ਹੋ ਗਈ ਨੂੰ ਪਤਾ ਲੱਗ ਗਿਆ ਕੌਣ ਬਣਾਇਆ ਦਫ਼ਤਰ। ਹੈ ਅੱਛਾ, ਫਿਰ ਅਸੀਂ ਰਾਤ ਆ ਜਾ, DSP ਗੱਡੀ ਨੂੰ ਲੱਗੀ ਖੜੀ ਹੈ। ਦਰਖਾਸਤ ਦੇਣ ਗਏ ਆ, ਉਹਨਾਂ ਨੇ ਸਾਡੀ ਦਰਖਾਸਤ ਹੀ ਨਹੀਂ ਲਈ। ਅਸੀਂ ਫਿਰ TCS ਤੁਸੀਂ ਅੰਦਾਜ਼ਾ ਕਰੋ ਵੀ ਤੁਸੀਂ ਦਰਖਾਸਤ ਤੇ ਲੈ ਲਓ, ਅਸੀਂ ਕੋਈ ਇੰਡੀਆ 'ਚੋਂ ਆਏ ਆ ਜੇ ਤੁਸੀਂ ਸਾਨੂੰ ਆਪਣਾ ਦੁਸ਼ਮਣ ਹੀ ਸਮਝ ਲਿਆ। ਉਹਦਾ ਬਕਾਇਦਾ ਸਾਡੇ ਕੋਲ ਰਿਕਾਰਡ ਹੈ, ਉਹਨਾਂ ਦੇ ਕੈਮਰਾ 'ਚ ਰਿਕਾਰਡ ਹੈ ਕਿ ਅਸੀਂ ਦਰਖਾਸਤ ਦੇਣ ਕਹਿੰਦਾ ਜੀ DSP ਨੂੰ ਦਿਓ ਦਰਖਾਸਤ ਦੀ। ਲੀਡਰ ਕਹਿੰਦਾ ਮੈਂ ਦਰਖਾਸਤ ਨਹੀਂ ਲੈਣੀ।
सर ਤੁਹਾਡਾ ਫੋਨ ਨੰਬਰ 0301 ਅੱਗੇ ਸਰ 44 111 95। करो सर सेंड करो। कि ना 2-3 डाले मंगवा लिए थे ना उस मौके पे। हाँ जी, उस पे वो पता नहीं हमारे वकील ने पता नहीं इसमें लिखा है कि नहीं, उसने ना- उसी वक्त ना वो जब मरीज 50-60 तो मरीज बैठा हुआ था, वो सारे मरीज इकट्ठे हो गए थे, वो अच्छा, देना मजामत हुई। हाँ जी, सारे उन्होंने फिर कई 2-3 डाले पुलिस दे और भेज दे वो। इतना बाहर हाँ रोड जी। फॉल हो गया था। ते वो फिर वो सारा रोड ब्लॉक हो गया। ठीक है। वीडियो में सारा कुछ है। अब ये देखो ठीक है। सर वो उसमें वो जो कांस्टेबल ने मुझे कहा है ना कि आपने मुल्ज़मा को भगाया, मैं ये आपका जो ये जितना लिखा है ये ठीक है, बस उसको साइन करो। वो भी साथ लिख देना वो जो ये उनको साइन करो।